प्रेज द लॉर्ड। रोमियो उसका 15 बाब है और उसकी 22वें आयत से, इसीलिए मैं तुम्हारे पास आने से बार बार रुका रहा, मगर चूंकि मुझको अब इन मुल्कों में जगह बाकी नहीं रही और बहुत बरसों से तुम्हारे पास आने का मुश्ताक भी हूं, इसलिए जब इस्फानिया को जाऊंगा तो तुम्हारे पास होता हुआ जाऊंगा, क्योंकि मुझे उम्मीद है कि उस सफर में तुमसे मिलूंगा, और जब तुम्हारी सोहबत से किसी कदर मेरा जी भर जाए तो तुम मुझे उस तरफ रवाना कर दोगे। लेकिन बिलफैल तो मुकद्दसों की खिदमत करने के लिए यरूशलेम को जाता हूं, क्योंकि मकदीनिया और अखिया के लोग यरूशलेम के गरीब मुकद्दसों के लिए कुछ चंदा करने को रजामंद हुए। किया तो रजामंदी से, मगर वो उनके कर्जदार भी हैं। लेकिन जब गैर कौमें रूहानी बातों में उनकी शरीक हुई तो लाजम है कि जिस्मानी बातों में उनकी खिदमत करें। बस मैं इस खिदमत को पूरा करके और जो कुछ हासिल हुआ उनको सौंप कर तुम्हारे पास होता हुआ अस्फानिया को जाऊंगा, और मैं जानता हूं कि जब तुम्हारे पास आऊंगा तो मसीह की कामल बरकत लेकर आऊंगा। और ऐ भाइयों, मैं यीशु मसीह का जो हमारा खुदावंद है वास्ता देकर और रूह की मोहब्बत को याद दिलाकर तुमसे इल्तमास करता हूं कि मेरे लिए खुदा से दुआएं करने में मेरे साथ मिलकर जाफशानी करो कि मैं यहूदिया के नाफरमानों से बचा रहूं, और मेरी वो खिदमत जो यरूशलेम के लिए है मुकद्दसों को पसंद आए, और खुदा की मर्जी से तुम्हारे पास खुशी के साथ आकर तुम्हारे साथ आराम पाऊं। खुदा जो इत्मीनान का चश्मा है तुम सब के साथ रहे। आमीन। खुदा उनके पाक कलम के पढ़े और चने जान पर उसकी बरकत हो। प्रेज द लॉर्ड। 15वां चैप्टर जो से शुरू कीता सी ते मैं ਤੁਹਾਨੂੰ ਇੱਕ ਮਿਸਾਲ ਦਿੱਤੀ ਸੀ ਕਿ ਇੱਕ ਬੱਚੇ ਨੂੰ ਕਿਵੇਂ ਪਾਲਿਆ ਜਾਂਦਾ ਜੀ, ਬੜੇ ਪਿਆਰ ਦੇ ਨਾਲ। ਬੱਚੇ ਦੇ ਆਉਣ ਦੀ ਖੁਸ਼ੀ 'ਚ ਸਾਰਾ ਘਰ ਜਿਹੜਾ ਨਾ ਤਬਦੀਲ ਹੋ ਜਾਂਦਾ, ਤੁਹਾਨੂੰ ਪਤਾ। ਤੇ ਸਾਰਿਆਂ ਨੂੰ ਪਤਾ ਕਿ ਬੱਚੇ ਨੂੰ ਪਿਆਰ ਨਾਲ ਹੀ ਪਾਲਿਆ ਜਾਂਦਾ। ਬੱਚੇ ਨੂੰ ਹੋਰ ਕੋਈ ਜ਼ੁਬਾਨ ਸਮਝ ਹੀ ਨਹੀਂ ਆਉਂਦੀ। ਤੁਸੀਂ ਜਿੰਨਾ ਮਰਜ਼ੀ ਫਲਸਫਾ ਝਾੜ ਦਿਓ ਬੱਚਿਆਂ ਦੇ ਸਾਹਮਣੇ, ਤੁਸੀਂ ਬਸ ਇੱਕ ਛੋਟੀ ਜਿਹੀ ਸ਼ਰਾਰਤ ਕਰਦੇ ਹੋ ਬੱਚਿਆਂ ਨੂੰ ਸਮਝ ਆ ਜਾਂਦੀ, ਲੇਕਿਨ ਫਲਸਫਾ ਨਹੀਂ ਸਮਝ ਆਣਾ ਤੁਹਾਡਾ। ਮੇਰੀ ਗੱਲ ਸਮਝ ਲਓ ਕਿ ਅਸੀਂ ਮਸੀਹ 'ਚ ਆ ਚੁੱਕੇ ਹਾਂ ਜੀ, ਬੜੀ ਦੇਰ ਹੋ ਗਈ ਸਾਰਿਆਂ ਨੂੰ। ਪੌਲੁਸ ਕਹਿੰਦਾ ਜਿਹੜੇ ਹਜੇ ਤੱਕ ਮਸੀਹ 'ਚ ਤੇ ਆ ਚੁੱਕੇ, ਲੇਕਿਨ ਕੁਝ ਚੀਜ਼ਾਂ ਐਸੀਆਂ ਨੇ ਉੱਥੇ ਆ ਕੇ ਸਟਕ ਹੋ ਗਏ ਨੇ। ਉਹ ਚੀਜ਼ਾਂ ਉਹਨਾਂ ਨੂੰ ਅੱਗੇ ਵਧਣ ਨਹੀਂ ਦੇ ਰਹੀਆਂ, ਜਾਂ ਕਹਿ ਲਓ ਕਿ ਉਹ ਵਧਣਾ ਨਹੀਂ ਚਾਹੁੰਦੇ। ਉਹਨਾਂ ਦਾ ਕਹਿ ਲਓ ਕਿ ਉਹਨਾਂ ਨੂੰ ਇੱਕ ਕਨਵਿਕਸ਼ਨ ਹੁੰਦੀ ਇੱਕ ਕਿ ਮੈਂ ਕੰਮ ਕਰਾਂਗਾ ਤਾਂ ਖੁਦਾ ਉਹਨੂੰ ਪਸੰਦ ਨਹੀਂ। ਲੇਕਿਨ ਇੱਕ ਦੂਸਰੇ ਭਰਾ ਨੇ ਉਹ ਕਹਿੰਦਾ ਕਿ ਬਈ ਮੈਂ ਤਾਂ ਜੀ ਇਹ ਕਰਨਾ ਵਾ, ਕੋਈ ਮਸਲਾ ਨਹੀਂ। ਹੁਣ ਕਹਿੰਦਾ ਜਿਹੜੇ ਨਹੀਂ ਨਾ ਕਰਨਾ ਚਾਹੁੰਦੇ, ਕਹਿ ਲਓ ਕਿ ਹਜੇ ਤੱਕ ਉਹ ਕਮਜ਼ੋਰ ਈਮਾਨ ਵਾਲੇ ਨੇ। ਹੁਣ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਈਮਾਨ ਕਮਜ਼ੋਰ ਹੈ, ਕਹਿਣ ਦਾ ਮਤਲਬ ਹੈ ਕਿ ਉਹ ਇੱਕ ਏਰੀਆ ਜਿਹੜਾ ਨਾ ਉੱਥੇ ਆ ਕੇ ਸਟਕ ਹੋ ਗਏ ਨੇ, ਉੱਥੋਂ ਅੱਗੇ ਵਧਣਾ ਨਹੀਂ ਚਾਹੁੰਦੇ। ਕਹਿੰਦਾ ਅਗਰ ਤੁਸੀਂ ਸਮਝਦੇ ਹੋ ਕਿ ਤੁਸੀਂ ਬੜੇ ਸਟਰੋਂਗ ਈਮਾਨ ਵਾਲੇ ਹੋ, ਤੇ ਕਹਿੰਦਾ ਤੁਸੀਂ ਉਹਨਾਂ ਨੂੰ ਪਿਆਰ ਦੇ ਨਾਲ ਆਪਣੇ 'ਚ ਲੈ ਕੇ ਆਓ। ਇੰਝ ਖੁਦਾਵੰਦ ਦਾ ਕਹਿ ਲਓ ਕਿ ਜਿਹੜਾ ਪੈਗਾਮ ਹੈ ਤੁਸੀਂ ਉਹਨਾਂ ਨੂੰ ਦੱਸੋ। ਜ਼ਰੂਰੀ ਨਹੀਂ ਕਿ, ਇੱਕ ਹੋਰ ਗੱਲ ਹੈ ਕਿ ਜ਼ਰੂਰੀ ਨਹੀਂ ਕਿ ਸਾਰੇ ਅਸੀਂ ਇੱਕ ਹੀ ਲੈਵਲ ਤੇ ਹੋਈਏ। ਸਾਰੇ ਅਸੀਂ ਇੱਕ ਹੀ ਲੈਵਲ ਤੇ ਹੋਈਏ ਵੀ ਜ਼ਰੂਰੀ ਨਹੀਂ। ਆਂਦਾ ਖੁਦਾਵੰਦ ਨੇ ਆਪਣਾ ਫਜ਼ਲ ਤੇ ਈਮਾਨ ਜਿਹੜਾ ਦਰਜਾ ਬਦਰਜਾ ਸਾਰਿਆਂ ਨੂੰ ਦਿੱਤਾ ਹੈ। ਜਿਵੇਂ ਜਿਵੇਂ ਅਸੀਂ ਵੱਧਦੇ ਜਾਂਦੇ ਹਾਂ ਖੁਦਾਵੰਦ ਦਾ ਫਜ਼ਲ ਵੱਧਦਾ ਜਾਂਦਾ ਹੈ ਤੇ ਅਸੀਂ ਈਮਾਨ 'ਚ ਵੀ ਵੱਧਦੇ ਜਾਂਦੇ।
Okay, what is this? Anyway. बड़े धमाके हो रहे हैं जी। खैर कि जिवें जिवें कह लो ਅਸੀਂ ਈਮਾਨ 'ਚ ਵੱਧਦੇ ਜਾਂਦੇ ਹਾਂ, ਖੁਦਾਵੰਦ ਦਾ ਫਜ਼ਲ ਵੱਧਦਾ ਜਾਂਦਾ ਹੈ, ਅਸੀਂ ਦਰਜਾ ਬਦਰਜਾ ਵੱਧਦੇ ਜਾਂਦੇ ਹਾਂ। ਲੇਕਿਨ ਹਰ ਇੱਕ ਦੀ ਮੈਚੁਰਿਟੀ ਦਾ ਜਿਹੜਾ ਕਹਿ ਲਓ, ਮੈਚੁਰਿਟੀ ਕਹਿੰਦੇ ਨੇ ਕਿ ਮਸੀਹ ਦੇ ਵਿੱਚ ਵਧਣਾ, ਉਹ ਡਿਪੈਂਡ ਕਰਦਾ ਹੈ ਕਿ ਅਸੀਂ ਕਿੰਨਾ ਕੁ ਵਕਤ ਗੁਜ਼ਾਰਨ ਡਿਆ ਖੁਦਾਵੰਦ ਦੇ ਕਲਾਮ 'ਚ। ਬਸ ਪ੍ਰੈਕਟਿਸਿਸ ਅਸੀਂ ਉਹੋ ਹੀ ਕਰਦੇ ਜਾ ਰਹੇ ਹਾਂ ਜਿਹੜੀਆਂ ਅਸੀਂ ਪਹਿਲਾਂ ਫੜੀਆਂ ਸੀ ਜੀ, ਠੀਕ ਹੈ। ਲੇਕਿਨ ਉਹ ਮਸੀਹ ਦੇ ਵਿੱਚ ਆ ਕੇ ਉਹ ਚੀਜ਼ਾਂ ਬਦਲ ਜਾਂਦੀਆਂ ਨੇ, ਲੇਕਿਨ ਅਸੀਂ ਉਹਨਾਂ ਨੂੰ ਹੀ ਜਾਰੀ ਰੱਖਿਆ ਹੈ। ਇਹ ਸਾਰੇ ਅਸੀਂ ਇੰਜ ਕਰਨੇ ਆ ਜੀ, ਜਿਹੜੀਆਂ ਕਹਿ ਲਓ ਕਿ ਬਾਪ ਦਾਦਾ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ, ਅਸੀਂ ਉਹਨਾਂ ਨੂੰ ਛੱਡਣਾ ਨਹੀਂ ਚਾਹੁੰਦੇ। ਕੁਛ ਚੀਜ਼ਾਂ ਕਹਿ ਲਓ ਕਿ ਉਹ ਸਾਡੇ ਵਾਸਤੇ ਸਾਡੀ ਕਮਜ਼ੋਰੀ ਬਣ ਜਾਂਦੀਆਂ ਨੇ। ਇਹ ਨਹੀਂ ਕਿ ਅਸੀਂ ਈਮਾਨ 'ਚ ਕਮਜ਼ੋਰ ਹਾਂ, ਲੇਕਿਨ ਉਹ ਸਾਡੇ ਵਿੱਚ ਆ ਕੇ ਕਮਜ਼ੋਰੀ ਬਣ ਗਈਆਂ ਨੇ। ਉਹਨਾਂ ਨੂੰ ਪੌਲਸ ਰਸੂਲ ਕਮਜ਼ੋਰ ਕਹਿੰਦਾ, ਜਿਹੜੇ ਕਿ ਹਜੇ ਤੱਕ ਆਜ਼ਾਦ ਨਹੀਂ ਹੋਏ ਮੁਕੰਮਲ ਤੌਰ ਤੇ। ਕਹਿੰਦਾ ਤੁਸੀਂ ਉਹਨਾਂ ਨੂੰ ਜਿਹੜੇ ਕਿ ਕਮਜ਼ੋਰ ਨੇ, ਉਹਨਾਂ ਨੂੰ ਤੁਸੀਂ, ਅਗਰ ਅਸੀਂ ਸਮਝਣਾ ਬੜੇ ਸਟਰੋਂਗ ਆ ਨਾ ਜੀ, ਕਹਿੰਦਾ ਤੁਹਾਡੀ ਵਜ੍ਹਾ ਤੋਂ ਉਹਨਾਂ ਨੂੰ ਠੋਕਰ ਨਾ ਲੱਗੇ। ਆਂਦਾ ਇੱਕ ਵਕਤ ਆਏਗਾ ਉਹ ਵੀ ਨਿਕਲ ਆਣਗੇ ਜੀ। ਆਂਦਾ ਲੇਕਿਨ ਫਿਲਹਾਲ ਉਹਨਾਂ ਨੂੰ ਉੱਥੇ ਛੱਡ ਦਿਓ। ਅਗਰ ਉਹ ਸੁਣਨਾ ਚਾਹੁੰਦੇ ਨੇ, ਸਿੱਖਣਾ ਚਾਹੁੰਦੇ ਨੇ, ਠੀਕ ਹੈ ਨਾ, ਨਹੀਂ ਤੇ ਆਂਦਾ ਉਹਨਾਂ ਨੂੰ ਉੱਥੇ ਰਹਿਣ ਦਿਓ। ਹਾਂਜੀ ਠੀਕ ਹੈ, ਖੁਦਾਵੰਦ ਤੁਹਾਡੀ ਮਦਦ ਕਰੇਗਾ। ਰੂਹੁਲ ਕੁਦਸ ਸਾਰਿਆਂ ਦੀ ਮਦਦ ਕਰਦਾ ਜੀ, ਉਹ ਲੋਕਾਂ ਨੂੰ ਕੱਢਦਾ ਆਹਿਸਤਾ ਆਹਿਸਤਾ। ਮੈਂ ਤੁਹਾਨੂੰ ਇੱਕ ਮਿਸਾਲ ਦੇ ਰਿਹਾ ਸਾਂ। ਅਕਸਰ ਕੋਈ ਪੁਰਾਣੀ ਜਿਹੀ ਵੀਡੀਓ ਆਉਂਦੀ ਨਾ ਮੇਰੇ ਸਾਹਮਣੇ ਮੇਰੀ, ਤੇ ਮੈਂ ਕਹਿੰਦਾ ਯਾਰ ਮੈਂ ਇੰਝ ਬੋਲਿਆ ਇੱਥੇ, ਇੰਝ ਤੇ ਨਹੀਂ ਸੀ ਬੋਲਣਾ ਚਾਹੀਦਾ। ਵਜ੍ਹਾ ਕੀ ਹੈ ਕਿ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ 'ਚ ਮੈਚੁਰਿਟੀ ਆ ਗਈ ਹੋਰ ਥੋੜ੍ਹੀ ਜਿਹੀ। ਮੈਂ ਅਕਸਰ ਉਹ ਡਿਲੀਟ ਕਰ ਦੇਣਾ ਹੁੰਦਾ, ਨੋ ਦਿਸ ਇਜ਼ ਨਾਟ ਰਾਈਟ ਨਾ। ਮੀਨ ਇਸ ਤਰ੍ਹਾਂ ਅਸੀਂ ਜਦੋਂ ਮਸੀਹ 'ਚ ਵੱਧਦੇ ਜਾਂਦੇ ਹਾਂ, ਸ਼ੁਰੂ ਤੋਂ ਬੜੀਆਂ ਗਲਤੀਆਂ ਵੀ ਕਰਨੀਆਂ ਜੀ। ਖੁਦਾਵੰਦ ਸਾਡੀਆਂ ਗਲਤੀਆਂ ਨੂੰ ਮਾਫ ਕਰਦਾ, ਇਹ ਯਾਦ ਰੱਖੋ। ਕਿਉਂਕਿ ਜਿਹੜੀ ਚੀਜ਼ ਅਸੀਂ ਨਾ ਜਾਣਦੇ ਹੋਇਆ ਕਰਦੇ ਹਾਂ, ਖੁਦਾਵੰਦ ਦਾ ਮਾਫ ਕਰ ਛੱਡਾ। ਮੈਨੂੰ ਨਹੀਂ ਸੀ ਪਤਾ, ਲੇਕਿਨ ਹੁਣ ਪਤਾ ਲੱਗਦਾ ਜਾ ਰਿਹਾ, ਅਸੀਂ ਉਹਨਾਂ 'ਚ ਨਿਕਲਦੇ ਜਾ ਰਹੇ। ਹੁਣ ਪੌਲਸ ਕਹਿੰਦਾ ਮੇਰੀ ਜਿਹੜੀ ਖੁਸ਼ਖਬਰੀ ਹੈ, ਕਹਿੰਦਾ ਗੈਰ ਕੌਮਾਂ ਤੱਕ ਵੀ ਗਈ, ਸਾਰਿਆਂ ਤੱਕ ਗਈ। ਕਹਿੰਦਾ ਲੇਕਿਨ ਖੁਦਾਵੰਦ ਨੇ ਪਲੈਨਿੰਗ ਜਿਹੜੀ ਯਹੂਦੀਆਂ ਦੇ ਥਰੂ ਕੀਤੀ ਸੀ, ਤੁਹਾਨੂੰ ਪਤਾ, ਖੁਦਾਵੰਦ ਨੇ ਉਸ ਕੌਮ ਨੂੰ ਚੁਣਿਆ। ਇਹ ਖੁਦਾਵੰਦ ਦੀ ਮਰਜ਼ੀ ਹੈ ਜੀ, ਕੋਈ ਵੀ ਸਵਾਲ ਨਹੀਂ ਕਰ ਸਕਦਾ ਕਿਉਂ ਜੀ ਉਹ ਕੌਮ ਨੇ ਚੁਣਿਆ। ਯਹੂਦੀਆਂ ਦੇ ਵਿੱਚੋਂ ਖੁਦਾਵੰਦ ਯਿਸੂ ਮਸੀਹ ਆਏ। ਦੈਟ ਇਜ਼ ਗਾਡਸ ਪਲਾਨ, ਉਹਦਾ ਮਨਸੂਬਾ ਸੀ ਜੀ। ਕਹਿੰਦਾ ਇਨਸਾਨ ਕੀ ਚੀਜ਼ ਹੈ ਕਿ ਉਹਦੇ ਕੋਲ ਸਵਾਲ ਕਰੇ। ਅਸੀਂ ਸਵਾਲ ਵੀ ਨਹੀਂ ਕਰ ਸਕਦੇ ਬਾਜ਼ ਚੀਜ਼ਾਂ 'ਚ। ਤੇ ਸਾਨੂੰ ਵੀ ਗਾਸਪਲ ਜਿਹੜੀ ਕਹਿ ਲਓ ਖੁਸ਼ਖਬਰੀ ਉਹਨਾਂ ਦੇ ਥਰੂ ਮਿਲੀ, ਕਿਉਂਕਿ ਖੁਦਾਵੰਦ ਯਿਸੂ ਮਸੀਹ ਯਹੂਦੀਆਂ ਦੇ ਵਿੱਚ ਹੋ ਕੇ ਆਇਆ ਜੀ। ਤੁਹਾਨੂੰ ਪਤਾ ਸਾਮਰੀ ਔਰਤ ਨੂੰ ਜਦੋਂ ਖੁਦਾਵੰਦ ਮਿਲਦਾ, ਕਹਿੰਦਾ ਨਜਾਤ ਯਹੂਦੀਆਂ ਵੱਲੋਂ, ਕਿਉਂਕਿ ਖੁਦਾਵੰਦ ਯਿਸੂ ਮਸੀਹ ਯਹੂਦੀਆਂ 'ਚੋਂ ਆਏ ਸੀ। ਲੇਕਿਨ ਉਹਨਾਂ ਨੇ ਖੁਦਾਵੰਦ ਨੂੰ ਕਬੂਲ ਨਹੀਂ ਕੀਤਾ। ਫਿਰ ਆਂਦਾ ਸਾਡੇ ਤੇ ਰਹਿਮ ਹੋ ਗਿਆ, ਸਾਡੇ ਤੇ ਫਜ਼ਲ ਹੋ ਗਿਆ ਜੀ। ਲੇਕਿਨ ਜਿਹੜੀ ਪਹਿਲੀ ਕਲੀਸਿਆ ਬਣੀ ਸੀ ਉਹ ਯਰੂਸ਼ਲਮ 'ਚ ਸੀ, ਤੁਹਾਨੂੰ ਪਤਾ, ਤੇ ਉਹ ਕਲੀਸਿਆ ਤੇ ਬੜੀਆਂ ਸਖਤੀਆਂ ਹੋਈਆਂ ਸੀ। ਯਰੂਸ਼ਲਮ ਤੇ ਤੁਹਾਨੂੰ ਪਤਾ ਜਿਹੜਾ ਯਾਕੂਬ ਸੀ, ਖੁਦਾਵੰਦ ਯਿਸੂ ਮਸੀਹ ਦਾ ਜਿਹੜਾ ਭਰਾ ਸੀ, ਕਹਿੰਦੇ ਨੇ ਉਹ ਚਰਚ ਦਾ ਕਹਿ ਲਓ ਪਹਿਲਾ ਡੀਕਨ ਸੀ ਜਾਂ ਪਾਦਰੀ ਸੀ ਕਹਿ ਲਓ, ਜਾਂ ਉਹ ਰਹਿਨੁਮਾ ਸੀ, ਪਾਸਬਾਨ ਸੀ। ਤੇ ਜਿਹੜੇ ਲੋਕੀ ਕਨਵਰਟ ਹੁੰਦੇ ਸੀ ਉਹਨਾਂ ਤੇ ਬੜੀਆਂ ਮੁਸੀਬਤਾਂ ਆਉਂਦੀਆਂ ਸੀ ਜੀ, ਠੀਕ ਹੈ। ਇਸ ਵਜ੍ਹਾ ਤੋਂ ਲੋਕੀ ਤਿੱਤਰ ਬਿੱਤਰ ਹੋ ਗਏ ਸੀ, ਕਿਉਂਕਿ ਉਹ ਲੋਕਾਂ ਨੂੰ ਮਾਰਦੇ ਸੀ ਫੜ ਕੇ, ਉਹਨਾਂ ਨੂੰ ਜੀਣ ਨਹੀਂ ਸੀ ਦਿੰਦੇ, ਹੁੱਕਾ ਪਾਣੀ ਬੰਦ ਕੀਤਾ ਸੀ, ਕਿਤੇ ਜੌਬ ਨਹੀਂ ਸੀ ਕਰ ਸਕਦੇ। ਲੋਕਾਂ ਨੇ ਜੌਬ ਕਰਨੀ ਹੁੰਦੀ ਸੀ, ਦੂਸਰੇ ਸ਼ਹਿਰਾਂ ਜਾਂਦੇ ਸੀ, ਬੜੀਆਂ ਮੁਸੀਬਤਾਂ ਆਉਂਦੀਆਂ ਸੀ। ਪੌਲਸ ਰਸੂਲ ਨੇ
कह लो कि हुण जाना है वापस यरूशलेम च, ठीक है। रोमियो दी कलीसिया नूं कह रहा कि मैं हुण वापस यरूशलेम जाना चाह रहा। ਜਦੋਂ ਅਸੀਂ ਅਮਾਲ ਦੀ ਕਿਤਾਬ 'ਚ ਵੇਖਦੇ ਆ ਤੇ ਉਹਨੇ ਮਨਸੂਬਾ ਬਣਾਇਆ ਸੀ। ਪਹਿਲਾਂ ਕਹਿੰਦਾ ਸੀ ਮੈਂ ਰੋਮ ਜਾਣਾ ਚਾਹੁੰਦਾ। ਅਸੀਂ ਸ਼ੁਰੂ ਤੋਂ ਪੜ੍ਹਿਆ ਪਹਿਲੇ ਚੈਪਟਰ 'ਚ ਕਿ ਪੌਲੁਸ ਰਸੂਲ ਨੂੰ ਬੜਾ ਸ਼ੌਕ ਸੀ ਰੋਮ ਜਾਣ ਦਾ। ਆਂਦਾ ਮੈਂ ਤੁਹਾਨੂੰ ਵੇਖਣਾ ਚਾਹੁੰਦਾ ਮੈਂ ਕਿ ਤੁਸੀਂ ਈਮਾਨ 'ਚ ਕਿਵੇਂ ਵੱਧਦੇ ਹੋ। ਆਂਦਾ ਤੁਹਾਡੇ ਈਮਾਨ ਦਾ ਚਰਚਾ ਪੂਰੀ ਦੁਨੀਆ 'ਚ। ਤੁਸੀਂ ਇੱਕ ਬੁੱਤ ਪ੍ਰਸਤ ਸ਼ਹਿਰ ਦੇ ਵਿੱਚ ਰਹਿ ਕੇ, ਰੋਮ 'ਚ ਤੁਹਾਨੂੰ ਪਤਾ ਬੜੀ ਬੁੱਤ ਪ੍ਰਸਤੀ ਹੁੰਦੀ ਸੀ, ਉਹ ਤਾਂ ਹਜੇ ਵੀ ਹੁੰਦੀ ਹੈ, ਲੇਕਿਨ ਇੱਕ ਪੁਰਾਣੇ ਅਹਿਦ 'ਚ ਜਿੱਥੇ ਕਿ ਬੁੱਤ ਪ੍ਰਸਤ ਕੌਮਾਂ ਦੇ ਵਿੱਚ ਰਹਿ ਕੇ ਇੱਕ ਚਰਚ ਨੂੰ ਬਣਾਉਣਾ ਇਹ ਬੜਾ ਵੱਡਾ ਕੰਮ ਸੀ। ਇਸ ਲਈ ਪੌਲੁਸ ਨੂੰ ਬੜਾ ਇਨਕਰੇਜ ਕੀਤਾ ਸੀ। ਹੁਣ ਇੱਥੋਂ ਅਸੀਂ ਕਿਹਾ ਕਿ ਪੌਲੁਸ ਰਸੂਲ ਦਾ ਰੋਮ ਜਾਣ ਦਾ ਮਨਸੂਬਾ ਸੀ ਜੀ, ਲੇਕਿਨ ਪਹਿਲੇ ਜ਼ਮਾਨੇ 'ਚ ਅਗਰ ਤੁਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਨਾ ਜੀ, ਜਾਂ ਇੱਕ ਮੁਲਕ 'ਚ ਦੂਸਰੇ ਮੁਲਕ ਜਾਣਾ, ਬੜੇ ਪੈਸੇ ਲੱਗਦੇ ਸੀ। ਤੇ ਅਗਰ ਤੁਸੀਂ ਐਸੀ ਜਰਨੀ ਕਰ ਰਹੇ ਹੋ ਜਿਹੜੀ ਕਿ ਤੁਸੀਂ ਪ੍ਰੀਚਿੰਗ ਵਾਸਤੇ ਜਾ ਰਹੇ ਹੋ, ਤੇ ਚਰਚ ਵਾਲੇ ਲੋਕੀ ਪੈਸੇ ਇਕੱਠੇ ਕਰਕੇ ਉਹਨੂੰ ਪੇ ਕਰਦੇ ਸੀ, ਤੇ ਬੜਾ ਮੁਸ਼ਕਿਲ ਸੀ ਜਾਣਾ ਤੇ ਬੜਾ ਮਹਿੰਗਾ ਸੀ। ਪੌਲੁਸ ਰਸੂਲ ਇਸ ਲਈ ਕਹਿੰਦਾ ਕਿ ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ ਵਾਂ ਬੜੀ ਦੇਰ ਦਾ, ਲੇਕਿਨ ਬਣ ਨਹੀਂ ਸੀ ਪਾ ਰਿਹਾ। ਹੁਣ ਤਾਂ ਕਹਿ ਲਓ ਪੌਲੁਸ ਰਸੂਲ ਯਰੂਸ਼ਲਮ ਜਾਂਦਾ, ਠੀਕ ਹੈ। ਤੁਹਾਨੂੰ ਪਤਾ ਹੈ ਅਮਾਲ ਦੇ ਵਿੱਚ ਇੱਕ ਨਬੀ ਸੀ ਜਿਹਨੇ ਨਬੂਵਤ ਕੀਤੀ ਸੀ ਅਗਰ ਤੂੰ ਰੋਮ ਜਾਏਗਾ ਤੈਨੂੰ ਮਾਰ ਦੇਣਗੇ। ਉਹ ਕਹਿੰਦਾ ਕੋਈ ਮਸਲਾ ਨਹੀਂ, ਮੈਂ ਜਾਵਾਂਗਾ। ਕਹਿੰਦਾ ਤੁਸੀਂ ਮੈਨੂੰ ਅੱਜ ਦੱਸ ਰਹੇ ਹੋ, ਮੈਨੂੰ ਪਹਿਲਾਂ ਹੀ ਪਤਾ ਹੈ ਕਿ ਮੈਨੂੰ ਮੈਂ ਮਰਨਾ ਹੈ। ਆਂਦਾ ਲੇਕਿਨ ਯਿਸੂ ਮਸੀਹ ਵਾਸਤੇ ਸਭ ਕੁਝ ਕਬੂਲ ਹੈ। ਇੱਕ ਬੰਦਾ ਸੀ, ਅਗਰ ਅਸੀਂ ਅਮਾਲ ਦੀ ਕਿਤਾਬ ਪੜ੍ਹੀਏ ਨਾ 11ਵਾਂ ਬਾਬ, ਉਹਦਾ ਨਾਂ ਸੀ ਅਗਬਸ। ਉਹਨੇ ਨਬੂਵਤ ਕੀਤੀ ਸੀ ਕਿ ਕਾਲ ਪਏਗਾ। ਉਹਨੇ ਕਹਿ ਲਓ ਕਿ ਨਬੂਵਤ ਕੀਤੀ ਕਿ ਇੱਥੇ ਕਾਲ ਪਏਗਾ। ਕਾਲ ਸਮਝਦੇ ਫੈਮਨ, ਤੇ ਉਹ ਨਬੂਵਤ ਪੂਰੀ ਹੋਈ ਸੀ। ਮੈਂ ਤੁਹਾਡੇ ਸਾਹਮਣੇ ਕੁਛ ਆਇਤਾਂ ਪੜ੍ਹਨਾ ਵਾ। ਅਮਾਲ ਦੀ ਕਿਤਾਬ ਬੁੱਕ ਐਕਟਸ, ਹਾਂਜੀ, रसूलों के करतब जी, ਉਹਦਾ 11ਵਾਂ बाप है ਤੇ ਉਹਦੀ 27वीं आयत है। उन्हीं दिनों में चंद नबी यरूशलेम से अंताकिया में आए। उनमें से एक ने, जिसका नाम अगबस था, खड़े होकर रूह की हिदायत से जाहिर किया कि तमाम दुनिया में बड़ा काल पड़ेगा। कहते उन्हें नबूवत की थी कि बड़ा बड़ा काल पैना जी दुनिया। कहते कलोदिस बादशाह दे अहद चो वाਕਿਆ ਹੋਇਆ ਸੀ। ਲੇਕਿਨ ਜਦੋਂ ਵਾਕਿਆ ਹੋਇਆ ਸੀ ਕਿ ਹੁਣ ਕਹਿ ਲਓ ਕਿ ਯਰੂਸ਼ਲਮ 'ਚ ਜਿਹੜੀ ਕਲੀਸਿਆ ਸੀ ਉਹਨਾਂ ਤੇ ਕਹਿ ਲਓ ਕਿ ਬੜੀਆਂ ਮੁਸੀਬਤਾਂ ਆਈਆਂ ਇਸ ਵਜ੍ਹਾ ਤੋਂ, ਕਾਲ ਦੀ ਵਜ੍ਹਾ ਤੋਂ। ਤੇ ਪੌਲੁਸ ਰਸੂਲ ਨੇ ਆਖਿਆ ਸੀ ਸਾਰੇ ਚੰਦਾ ਇਕੱਠਾ ਕਰੋ ਕਿ ਅਸੀਂ ਉਹ ਕਲੀਸਿਆ ਦੀ ਮਦਦ ਕਰੀਏ। ਇੱਕ ਤੇ ਪਹਿਲਾਂ ਹੀ ਮੁਸੀਬਤਾਂ ਨੇ, ਜੌਬ ਨਹੀਂ ਹੈ, ਲੋਕੀ ਕੰਮ ਨਹੀਂ ਕਰਨ ਦਿੰਦੇ, ਜਿਹੜੇ ਆਲੇ ਦੁਆਲੇ ਦੇ ਯਹੂਦੀ ਨੇ ਉਹ ਤੰਗ ਕਰਦੇ ਨੇ, ਅੰਦਰ ਉੱਤੋਂ ਕਾਲ ਪੈ ਗਿਆ। कलोदिस बादशाह के जमाने च पूरी हुई सी गल। बस शागिर्दों ने तजवीज़ की कि अपने अपने मकदूर के मुआफिक यहूदिया में रहने वाले भाइयों की खिदमत के लिए कुछ भेजें। चुनाचे उन्होंने ऐसा ही किया और बरनबास और साउल के हाथ बुजुर्गों के पास भेजा। साउल कौन है जी? पौलुस रसूल। अंदर पौलुस रसूल चंदा लैके यरूशलेम आया सी ताकि कलीसिया की मदद करे। ਇੱਥੇ ਵੀ ਸਾਨੂੰ ਇਹੋ ਨਜ਼ਰ ਆ ਰਿਹਾ, ਠੀਕ ਹੈ ਜੀ। ਉਹ ਕਹਿੰਦਾ ਮੈਂ ਰੋਮ ਆਉਣਾ ਚਾਹੁੰਦਾ ਵਾਂ, ਲੇਕਿਨ ਫਿਲਹਾਲ ਮੈਂ ਅਸਫਾਨੀਆ ਜਾ ਰਿਹਾ। ਅਸਫਾਨੀਆ ਕਹਿੰਦੇ ਨੇ ਸਪੇਨ ਨੂੰ, ਲੇਕਿਨ ਕਹਿੰਦੇ ਪੌਲੁਸ ਰਸੂਲ ਸਪੇਨ ਤੱਕ ਨਹੀਂ ਸੀ ਗਿਆ। ਲੇਕਿਨ ਉਹ ਕਹਿੰਦਾ ਕਿ ਸਪੇਨ 'ਚ ਜਾਂਦਿਆਂ ਮੈਂ ਤੁਹਾਡੇ ਕੋਲ ਹੁੰਦਾ ਆਵਾਂਗਾ। ਲੇਕਿਨ ਕਹਿ ਲਓ ਕਿ ਕਿਧਰੇ ਲਿਖਿਆ ਨਹੀਂ ਕਿ ਉਹ ਸਪੇਨ ਗਿਆ ਸੀ, ਲੇਕਿਨ ਉਹਨੇ ਇੱਥੇ ਲਿਖਿਆ ਕਿ ਮੈਂ ਸਪੇਨ ਜਾਣਾ ਹੈ। ਕਿਹੜੇ ਵੇਲੇ ਗਿਆ ਨਹੀਂ ਕਿਸੇ ਨੂੰ ਪਤਾ। इस्पानिया को जाऊंगा तो तुम्हारे पास होता हुआ जाऊंगा, क्योंकि मुझे उम्मीद है कि उस सफर में मैं तुमसे मिलूंगा। अगर ਅਸੀਂ ਸ਼ੁਰੂ ਤੋਂ ਪੜ੍ਹੀਏ ਤੇ ਪੌਲੁਸ ਕਹਿੰਦਾ ਮੈਂ ਹਰ ਜਗ੍ਹਾ ਖੁਦਾਵੰਦ ਦੀ ਖੁਸ਼ਖਬਰੀ ਫੈਲਾ ਛੜੀ ਹੈ। ਜਿੰਨੇ ਵੀ ਇਲਾਕੇ ਸੀ ਆਲੇ ਦੁਆਲੇ, ਹਾਂਜੀ, ਜਿੱਥੇ ਤੱਕ ਖੁਦਾਵੰਦ ਦਾ ਕਲਾਮ ਪਹੁੰਚਾਉਣਾ ਚਾਹੀਦਾ ਸੀ ਮੈਂ ਪਹੁੰਚਾ ਛੜਿਆ।
इसीलिए मैं तुम्हारे पास आने से बार बार रुका रहा, मगर चूंकि मुझको अब उन मुल्कों में जाना बाकी नहीं रही, क्योंकि मुझको अब उन मुल्कों में जगह बाकी नहीं रही। ਕਹਿਣ ਦਾ ਮਤਲਬ ਕਿ ਉਹਨਾਂ ਮੁਲਕਾਂ ਦੇ ਵਿੱਚ ਮੈਂ ਮੁਨਾਦੀ ਕਰ ਛੜੀ ਆਲਰੇਡੀ। ਕਹਿੰਦਾ ਹੁਣ ਸਿਰਫ ਰੋਮ ਰਹਿ ਗਿਆ, ਰੋਮ 'ਚ ਮੈਂ ਆਉਣਾ ਚਾਹੁੰਦਾ। ਅਸੀਂ ਪਹਿਲੇ ਚੈਪਟਰ 'ਚ ਪੜਿਆ ਸੀ, ਪੌਲਸ ਰਸੂਲ ਕਹਿੰਦਾ ਕਿ ਮੈਂ ਤੁਹਾਡਾ ਕਰਜ਼ਦਾਰ ਹਾਂ, ਮੈਂ ਉੱਥੇ ਆ ਕੇ ਖੁਦਾਵੰਦ ਦੀ ਖੁਸ਼ਖਬਰੀ ਸੁਣਾਉਣਾ ਚਾਹੁੰਦਾ, ਖੁਦਾਵੰਦ ਦੀ ਖੁਸ਼ਖਬਰੀ ਸੁਣਾਉਣਾ ਚਾਹੁੰਦਾ, ਸਾਰੇ ਰੋਮ 'ਚ ਮੈਂ ਮੁਨਾਦੀ ਕਰਨਾ ਚਾਹੁੰਦਾ, ਮੇਰਾ ਤੁਹਾਡੇ ਤੇ ਕਰਜ਼ਾ ਹੈ। ਇਹ ਅੱਜ ਕਰਜ਼ਾ ਸਾਡੇ ਤੇ ਵੀ ਹੈ ਜੀ। ਅਗਰ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਾਂ, ਦੱਸਣ ਦੀ ਲੋੜ ਨਹੀਂ, ਤੁਸੀਂ ਆਪਣੇ ਅੰਦਰ ਪੁੱਛੋ ਕਿ ਅਸੀਂ ਇਹ ਕਿਤਾਬ ਖਤਮ ਕੀਤੀ ਹੈ ਜਾਂ ਤੀਸਰਾ ਲੈਟਰ ਖਤਮ ਕੀਤਾ ਹੈ, ਅਸੀਂ ਇਹ ਅੱਗੇ ਕਿਸੇ ਨੂੰ ਦੱਸਿਆ ਜੀ? ਆਪਣੇ ਭੈਣ ਭਰਾਵਾਂ ਨੂੰ, ਆਪਣੀ ਫੈਮਿਲੀ 'ਚ ਦੋਸਤਾਂ ਨੂੰ ਅੱਗੇ ਕਿਸੇ ਨੂੰ ਦੱਸਿਆ? ਕਿਉਂਕਿ ਜਿਹੜਾ ਅਸੀਂ ਕਲਾਮ ਸੁਣਨੇ ਆ, ਇੱਕ ਹਿਸਾਬ ਦਾ ਸਾਡੇ ਤੇ ਕਰਜ਼ਾ ਚੜ ਜਾਂਦਾ ਜੀ। ਆਂਦਾ ਫਿਰ ਅੱਗੇ ਕਿਸੇ ਨੂੰ ਦੱਸਣਾ ਹੁੰਦਾ, ਫਿਰ ਖੁਦਾਵੰਦ ਦਾ ਕਲਾਮ ਇਸ ਤਰ੍ਹਾਂ ਵੱਧਦਾ ਜੀ। ਤੇ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਾਂ, ਜਿੰਨੀ ਦੇਰ ਤੱਕ ਤੁਸੀਂ ਅੱਗੇ ਨਹੀਂ ਨਾ ਦੱਸੋ ਕਿਸੇ ਨੂੰ, ਉਹ ਤੁਹਾਡੇ 'ਚ ਵੀ ਨਹੀਂ ਵਧੇਗਾ ਕਲਾਮ, ਉੱਥੇ ਮਰ ਜਾਏਗਾ ਬੀਜ, ਉੱਥੇ ਹੀ ਬੀਜ ਨੇ ਮਰ ਜਾਣਾ ਹੁੰਦਾ ਜੀ, ਅਗਰ ਅਸੀਂ ਉਹਨੂੰ ਅੱਗੇ ਨਹੀਂ ਫੈਲਾਵਾਂਗੇ। ਅੱਗੇ ਕਿਸੇ ਨੂੰ ਦੱਸੋਗੇ, ਖੁਦਾਵੰਦ ਹੋਰ ਦੇਗਾ। ਆਂਦਾ ਇਸ ਤਰ੍ਹਾਂ ਕਹਿ ਲਓ, ਫਲ ਵੱਧਦੇ ਜਾਂਦੇ ਤੁਹਾਡੇ 'ਚ, ਫਰੂਟ ਵੱਧਦੇ ਜਾਂਦੇ ਨੇ। ਅੱਗੇ ਦੱਸੋਗੇ, ਖੁਦਾਵੰਦ ਪਿੱਛੋਂ ਹੋਰ ਦੇਗਾ, ਉਹ ਅੱਗੇ ਦੱਸੋਗੇ, ਹੋਰ ਪਿੱਛੋਂ ਆਉਂਦਾ ਜਾਏਗਾ। ਕਹਿੰਦਾ ਉਹ ਹਰ ਚੀਜ਼ ਤੁਹਾਡੇ 'ਚ ਫੀਡ ਹੁੰਦੀ ਜਾਂਦੀ ਫਿਰ। इसलिए कहते हैं जब अस्फानिया को जाऊंगा तो मैं तुम्हारे पास होता हुआ आऊंगा, क्योंकि मुझे उम्मीद है कि उस सफर में तुमसे मिलूंगा। जब तुम्हारी सोबत से किसी कदर मेरा जी भर जाएगा तो तुम मुझे उसी तरफ रवाना कर दोगे, लेकिन बिलफेल तो मुकद्दसों की खिदमत करने के लिए यरूशलेम को जाता हूँ। हाँ जी, इत्थे पौलुस रसूल ने यरूशलेम दे जिहड़े लोकी ने उन्हां वास्ते चंदा लैके जाना, सारे को चंदा इकट्ठा कर रहा कि तुसी अपने भैन भरावां दी मदद करो, कि सब तो ज्यादा मुसीबतां ते परेशानियां यरूशलेम दे चर्च आईयां सी, क्योंकि उत्थों काम शुरू होया सी। मैं कहना उन्हां दे बड़ियां मुसीबतां दे पार टुटे सी, ਉਹ हैकल च नहीं सी वड़ सकदे, ठीक है जी, उन्हां नूं बिल्कुल अलग कर दिता गया सी। बहुत सारी कह लो दुकानां च उन्हां नूं चीज़ां नहीं सी खरीदण दिंदे। हाँ जी, तुसीं यीशु मसीह नूं कबूल कर लिया, वो कहंदे सी यीशु मसीह नूं भी कबूल करो ते नाल तुसीं ना मूसा नूं भी रखो जी, मूसा दी शरीयत नूं भी। असीं फिर खुश हां जी, मूसा दी शरीयत नूं भी रखो, खतना भी कराओ, क्योंकि यहूदी ये कहंदे सी कि जिन्नी देर तक खतना नहीं कराओगे तुसीं निजात नहीं पा सकदे। ये असीं पढ़िया सी 15वें चैप्टर च अमाल दी किताब च। फिर बाज लोग यहूदिया में से आकर भाइयों को तालीम देने लगे कि अगर मूसा की रस्म के मुआफिक तुम्हारा खतना ना हो तो तुम निजात नहीं पा सकते। उन्हें कह लो कि निजात का इशू बनाता सी। ਉਹ ਕਹਿੰਦਾ ਅਸੀਂ ਯਿਸੂ ਮਸੀਹ ਨੂੰ ਅਸੀਂ ਵੀ ਮੰਨਦੇ ਹਾਂ ਜੀ, ਕਹਿੰਦਾ ਤੁਹਾਡੇ ਤੋਂ ਅਸੀਂ ਡਬਲ ਮੰਨਦੇ ਹਾਂ, ਯਿਸੂ ਮਸੀਹ ਨੂੰ ਵੀ ਮੰਨਦੇ ਹਾਂ ਤੇ ਸ਼ਰੀਅਤ ਨੂੰ ਵੀ ਰੱਖਿਆ ਤੇ ਖਤਨਾ ਵੀ ਕਰਾਇਆ, दो कश्तियां ने सवार। लेकिन पौलुस रसूल कहता खुशखबरी यही है कि किताब मुकद्दस के मुताबिक यीशु मसीह, हाँ जी, मुआ दफन हुआ, वो तीसरे दिन किताब मुकद्दस के मुताबिक जी उठा। दिस इज द गुड न्यूज। कहते इस खुशखबरी च ना कोई असी प्लस कर सकने ना माइनस। कहते ना खतना ते ना सबत ना होर कुछ असी ऐड नहीं करना कुछ भी, इसलिए आंदे असी कलाम दे विच अमेज़िश नहीं करते, असी खुदावंद दी खुशखबरी च अमेज़िश नहीं करते। आंदा अगर कोई करदा, असी गलतियों दे खच पढ़िया सी, अगर असी उस च अमेज़िश करने आ या कोई करदा है, कहंदा मैं फरिश्ते भी, कहंदा अगर फरिश्ते भी तुहानू आके कोई होर तरह दी खुशखबरी देण कि यीशु मसीह दे नाल तुसी ए प्लस करो ते ए माइनस करो,
कहता वो लानती है बंदा। बड़ा सख्त लफ्ज़ इस्तेमाल किया है पॉल ने। हुण कह लो कि यरूशलेम के जिहड़े लोकी सी गरीब उन्होंने वास्ते चंदा लैके जा रहे हैं, क्योंकि मकदीनिया और अखिया के लोग यरूशलेम के गरीब मुकद्दसों के लिए कुछ चंदा करने को रजामंद हुए। कहता ना सारे मिल के चंदा इकट्ठा किया तो रजामंदी से, मगर वो उनके कर्जदार भी हैं। कहता कि चंदा तो उन्हें बड़ी रजामंदी ने इकट्ठा किया सी, लेकिन एक हिसाब दे कर्जदार भी ने। कहता सानू खुशखबरी मिली किवें? यहूदियां दे थ्रू, यरूशलेम दे थ्रू, खुदावंद यीशु मसीह दे थ्रू। खुदावंद यीशु मसीह खुद यहूदी सी। कहता एक हिसाब दे असीं उन्हां दे कर्जदार भी हैं, क्योंकि जब गैर कौमें रूहानी बातों में उनकी शरीक हुई। अंदर हुण असीं एक जिस्म बन चुके हैं, हर तरह के वादे च शरीक हाँ, ठीक है। ते ਜਿਹੜੀਆਂ भी ब्लैसिंग कह लो कि खुदावन ने उन्होंने दित्तियां, असीं भी उहदे हकदार हैं। असीं उहदे बेटे ते बेटियां बन चुके हैं, ले पालक होण दा हक मिल गया सानूं। कहंदा हुण रूहानी वादे ने जी, क्योंकि जब गैर कौमें रूहानी बातों में जिहड़ी कि स्पिरिचुअल ब्लैसिंग्स ने साड़ियां जी, कहंदा वो आईयां किधरों ने? खुदावंद यीशु मसीह दे थ्रू। खुदावंद यीशु मसीह की सी? यहूदी सी जी। कहंदा हुण वो जिन्हां दे थ्रू एक कलाम मिलिया सानूं, कहंदा वो मुसीबत च ने, वो परेशानी च ने, तुहाडा कुछ हक बनदा है, तुहाडा कर्ज निकलदा उन्हां वाल। कहंदा ठीक है, तुसीं चंदा बड़ी रजामंदी नाल इकट्ठा कीता, लेकिन कह लो एक किस्म दा हक बनदा तुहाडा कि तुसीं मदद करो। जब गैर कौमें रूहानी बातों में उनकी शरीक हुई तो लाजम है कि जिस्मानी बातों में भी उनकी खिदमत करें। जिस्मानी गल्लां दे विच मदद करने वालों साडा हाथ तंग ही रहिंदा। तुहानूं पता बहुत सारे लोग ने अगर चर्च विच चंदा दे के ना, वो चंदा बड़ा याद रखने असीं कि असीं खुदावन नूं इन्ना दिता है, विच ज़हन च की हुंदा है हुणे डबल होके वापस आएगा, ब्लैसिंग मिलेगी। एक साडे माइंडसैट कर दिता गया है कि चंदा दवोगे तो डबल होएगा काम, चंदा दवोगे तो आ डबल होएगा, इंज करोगे तो इंज डबल हो जाएगा, हर चीज डबल होके मिलेगी। मेरा नहीं ख्याल बाइबल च किधरे इंज लिखिया है जी कि सानू हर चीज डबल होके मिलदी। ये तो वो इंश्योरेंस वाला हिसाब हो गया कि वो बड़े कह लो कि वो धोखे दे नाल लोकां को पैसे लैंदे ने। इंश्योरेंस कर लो जी, इंश्योरेंस कर लो, हाँ जी 10 सालों के बाद थोड़ा पैसा डबल ट्रबल हो जाएगा। वो दूसरे दिन इंश्योरेंस वाले नस जाते हैं, वो लभदा ही नहीं कोई थानू। तो मेरा नहीं ख्याल कोई ऐसी गल है वे कि चंदा देना थोड़ा जी डबल ट्रबल जो तुसी खुशहाल हो जाओगे। वो हुंदा की लोग एक बारी देंदे ने, 2 बारी देंदे, कहंदे ना मैं चंदा दिता सी इन्ना, हुण मेरा तो कोई काम नहीं होया। अक्सर लोग इस तरह कहंदे ने। ते असीं क्या कि हट जाने, असीं देना ही बंद कर देने, सानू कुछ नहीं देना खुदावन ने। साडा हत्थ बड़ा तंग है इन्हां चीज़ां वालों, ते दे के फिर जिताने असीं। अजकल जिहड़ा काम हो रहा है, हर पासे तुहानूं वीडियोज़ मिलणगियां कि जिथे हर पासे ये ही दस्सिया जाता, चर्च विच 10% नहीं देना जी, हुण असीं 100% देना है। वो 100% कदी भी नहीं दिता जाता। हुण अक्सर असीं कहने आ जी असीं शहरां च नहीं चलदे, सानूं 10% नहीं देना चाहिए। ठीक है ना, दो जी, लेकिन उहदा खुदावन ने कहा कि हुण तुसीं 100% मेरे हो जी। जिवें फक्की फरीसी पुछदे सी कैसर नूं खराज देना चाहिए नहीं देना चाहिए, खुदावन ने कहा एक सिक्का विखाओ मैनूं। आंदा कि सिक्के ते किहदा निशान है जी, किहदी शक्ल बनी? कहंदे जी कैसर दी। कहंदा जिहड़ा कैसर दा कैसर नूं दो, ते जिहड़ा खुदावन दा खुदावन नूं दो। कहंदा खुदावन ने थोड़े ते एक स्टैंप की है जी। व्हाट इज दैट स्टैंप? होली स्पिरिट। सो यू आर स्टैंप्ड विद होली स्पिरिट। थोड़े ते एक मोहर लग गई है जी खुदावन यीशु मसीह दी। ते हुण थोड़े ते किहड़ी शक्ल बन गई है जी? यीशु मसीह दी शक्ल।
ਕਹਿੰਦਾ ਹੁਣ ਤੁਸੀਂ 100% ਯਿਸੂ ਮਸੀਹ ਦੇ ਹੋ ਜੀ। ਕਹਿੰਦਾ ਤੁਸੀਂ ਖਰੀਦ ਲਿਆ ਉਹਨੇ ਤੁਹਾਨੂੰ ਖਰੀਦ ਲਿਆ ਜੀ। 100% ਤੁਸੀਂ ਯਿਸੂ ਮਸੀਹ ਦੇ ਹੋ ਗਏ ਹੋ। ਤੇ ਅਸੀਂ ਤੇ 10% ਦੇ ਕੇ ਵੀ ਰਾਜ਼ੀ ਨਹੀਂ। ਹੁਣ ਬਿਲਕੁਲ ਠੀਕ ਆਖਿਆ ਜੀ, ਅਸੀਂ ਪੁਰਾਣੇ ਅਹਿਦਨਾਮੇ 'ਚ ਨਹੀਂ ਹਾਂ, ਲੇਕਿਨ ਹੁਣ ਹਰ ਚੀਜ਼ ਖੁਦਾਵੰਦ ਯਿਸੂ ਮਸੀਹ ਦੀ ਸਾਡੇ ਵਿੱਚ ਜਿਹੜੀ ਵੀ ਕਹ ਲਓ ਕਿ ਜਿਹੜੀ ਚੀਜ਼ ਸਾਡੇ 'ਚ ਕੰਮ ਕਰ ਰਹੀ, ਜਿਹੜੀ ਬਰਕਤਾਂ ਨੇ ਸਾਡੀਆਂ ਰੂਹਾਨੀ, ਸਪਿਰਿਚੁਅਲ, ਜਿਸਮਾਨੀ, ਆਂਦਾ ਤੁਸੀਂ ਆਪਣੇ ਰਹੇ ਹੀ ਨਹੀਂ, ਤੁਸੀਂ ਯਿਸੂ ਮਸੀਹ ਦੇ ਬਣ ਗਏ ਹੋ ਜੀ। ਉਹ ਖੂਨ ਖਰੀਦਿਆ, ਉਹਨੇ ਤੁਹਾਨੂੰ ਮੁੱਲ ਖਰੀਦ ਲਿਆ। ਖਰੀਦਿਆ ਕਿਵੇਂ? ਹਾਂਜੀ, ਅੱਜ ਮੈਂ ਤੁਹਾਡੇ ਸਾਹਮਣੇ ਇੱਕ ਬੜਾ ਜ਼ਬਰਦਸਤ ਹਵਾਲਾ ਪੜ੍ਹਨਾ ਚਾਹੁੰਦਾ। ਅਸੀਂ ਅਕਸਰ ਗੱਲਾਂ ਕਰਦੇ ਨੇ ਜੀ, ਖੁਦਾਵੰਦ ਯਿਸੂ ਮਸੀਹ ਨੇ ਸਾਨੂੰ ਖਰੀਦ ਲਿਆ, ਇੰਜ ਕੀਤਾ। ਕੰਮ ਹੋਇਆ ਕਿਵੇਂ ਸੀ ਸਟਾਰਟ? ਅਗਰ ਅਸੀਂ ਪੜ੍ਹੀਏ ਯੂਹੰਨਾ ਦੀ ਅੰਜੀਲ 'ਚ ਕੁਛ ਆਇਤਾਂ ਪੜ੍ਹਨਾ ਚਾਹੁੰਦਾ, ਕੰਨ ਖੋਲ ਕੇ ਸੁਣਿਆ ਜੀ। यूहन्ना दी अंजील का 18वां बाब है तो 19वीं आयत। फिर सरदार काहन ने यीशु से उसके शागिर्दों और उसकी तालीम की बाबत पूछा। कहता खुदावंद यीशु मसीह ने पूछा कि तू केड़ी तालीम इन्होंने देना, दस दसी जरा मैनू। यीशु ने उसे जवाब दिया कि मैंने दुनिया से अलानिया बातें की हैं। कहता सारी दुनिया के सामने गल्लां कीतियां ने। मैंने हमेशा इबादत खानों और हैकल में जहां जहां सब यहूदी जमा होते हैं तालीम दी है और पोशीदा कुछ नहीं रखा, कुछ नहीं कहा। तू मुझसे क्यों पूछता है? सुनने वालों से पूछ कि मैंने उनसे क्या कहा। देख, उनको मालूम है कि मैंने क्या क्या कहा। जब उसने ये कहा तो प्यादों में से एक शख्स ने जो पास खड़ा था यीशु के तमाचा मारकर कहा, तू सरदार काहन को ऐसा जवाब देता है? थप्पड़ मारेगा जी, ठीक है। खुदावंद यीशु मसीह ने सिर्फ एक गल की है कि मैं तो खुलेआम तालीम देंदा रहा जी। अंदर तुसी लोकां नूं पुछ लो कि मैं की तालीम देना। चलो मैं तुहानूं एक सवाल करना, अगर तुसी किसी ने जानते हो या घर च किसी ने दसदे हो कि जी अज जी असी सलातीन बाई दी जिहड़ा ने लाइव है ना उत्थे यह चीज सीखी है, आ चीज असी पढ़ी है जी, किधरे भी जाके तुसी गल करदे हो। हुण इत्थे कोई गल लुकी छुपी तो है नहीं, ये लाइव पूरी दुनिया च कोई भी आके वेख सकदा है। हो सकदा कुछ लोग छुप के वेंदे होण बह के, अक्सर लोग ने ना वो शो नहीं करना चाहते, ठीक है। साडा टारगेट उही लोग ने, तुहानूं पता, जिहड़े छुप के सुनन दे ने। मैं हर बंदे नूं इनवाइट करना जी, छुपना बंद कर दो, सामने आ जाओ, लेकिन कोई मसला नहीं, छुप के सुनते रहो जी। आंदा लेकिन जो कुछ असी गल कर लिया अल अलानिया करन दिया सारे सामने, अल अलानिया गल हो रही है। खुदावंद यीशु मसीह ने अल अलानिया गल की सारे सामने। कहता जिहड़ी मैं तालीम देना वा दसी लोगों नूं, आंदा मैं यहूदियां दे कह लो कि इबादत खाने सारे दे सामने की। उन्होंने पुछो जिन्होंने सुनिया। ते जवाब की मिला सी? तमाचा। यही वजह है कि असी तालीम किसी को नहीं दसना चाहते। अगर यह हवाला तुसी पढ़ लो, कहता असी लोगों को गल्लां नहीं दसना चाहते। जिहड़ी गल जवेद साहब ने दस छड़ी है, सलातीन भाई ने कह छड़ी है, हाँ जी जे असी अगर किसी को दसांगे तो अगर गुस्सा करनगे जी अगों, ठीक है। इत्थे गुस्सा भी कीता ते नाल थप्पड़ भी वज्जा जी। तमाचा मार कर सरदार काहन को ऐसा जवाब नहीं देते हैं ना। तेरी जुरत किवें हुई कि सरदार काहन दे सामने तो इस तरह जवाब दे। तुहानूं पता पौलुस रसूल ने भी एक काम कीता सी अमाल दी किताब च।
पौलुस रसूल बाद चो कहता ओ सॉरी मैंने नहीं सी पता सरदार काहन सरदार काहन ਨੂੰ ਜਵਾਬ ਨਹੀਂ ਦੇਣਾ ਚਾਹੀਦਾ ਜਦੋਂ ਅਗਰਪਾ ਬਾਦਸ਼ਾਹ ਮੇਰਾ ਅਗਰਪਾ ਬਾਦਸ਼ਾਹ ਉਹਦੇ ਦਰਬਾਰ 'ਚ ਹੁੰਦਾ ਕਿਹੜਾ ਚੈਪਟਰ ਸੀ ਅਮਾਲ ਦੀ ਕਿਤਾਬ ਹੈ ਮੈਂ ਦੱਸਦਾ ਤੁਹਾਨੂੰ 23ਵਾਂ ਚੈਪਟਰ ਮੇਰਾ ਅਮਾਲ ਦੀ ਕਿਤਾਬ ਦਾ 23 ਭਾਗ ਇੱਥੇ ਕਿ ਪੌਲੁਸ ਰਸੂਲ ਨੇ एक सिचुएशन का सामना आया सी 23वां चैप्टर है पौलुस ने सदर अदालत वालों को गौर से देखकर कहा क्या भाइयों मैंने आज तक कमाल नियति से खुदा के वास्ते उम्र गुजारी है सरदार काहन हननिया ने उनको जो उसके पास खड़े थे हुक्म दिया कि उसके मुंह पर तमाचा मारो पौलुस रसूल दे मुंह ते तमाचा मारे पौलुस ने उससे कहा ऐ सफेदी फिरी हुई दीवार खुदा तुझे मारेगा तू शरीयत के मुआफिक मेरा इंसाफ करने को बैठा है और क्या शरीयत के बरखिलाफ मुझे मारने का हुक्म देता है जो पास खड़े थे उन्होंने कहा क्या तू खुदा के सरदार काहन को बुरा कहता है यस पौलुस ने कहा ऐ भाइयों मुझे मालूम ना था कि ये सरदार काहन है क्योंकि लिखा है कि अपनी कौम के सरदार काहन को बुरा ना कह क्योंकि सेम सिचुएशन कि पौलुस रसूल ने प्रैक्टिकली खुदावंद यीशु मसीह दी जिंदगी ਨੂੰ ਫੋਲੋ ਕੀਤਾ ਸੀ ਮੈਂ ਕਿਹਾ ਉਦੋਂ ਗੱਲ ਕੀਤੀ ਸੀ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਲੋਕੀ ਸਾਨੂੰ ਪਸੰਦ ਕਰਨ ਸਾਰੇ ਚਾਹੁੰਦੇ ਆ ਜੀ ਹਰ ਬੰਦੇ ਦੀ ਇਹ ਖਾਹਿਸ਼ ਹੈ ਟਿਕਟੌਕ ਤੇ ਉਹਨੂੰ ਪਸੰਦ ਕੀਤਾ ਜਾਏ ਲਾਈਕ ਵੀ ਲਾਈਕ ਟੂ ਬੀ ਲਾਈਕਡ ਵੀ ਡੋਨਟ ਲਾਈਕ ਟੂ ਬੀ ਡਿਸਲਾਈਕਡ ਸਾਨੂੰ ਕੋਈ ਨਾ ਪਸੰਦ ਕਰੇ ਅਸੀਂ ਪਸੰਦ ਨਹੀਂ ਕਰਦੇ ਆਲਾ ਖੁਦਾਵੰਦ ਦਾ ਕਲਾਮ ਜਿਹਦਾ ਅਸੀਂ ਸੁਣਾਉਂਦੇ ਹਾਂ ਤੇ ਬਹੁਤ ਸਾਰੇ ਲੋਕੀ ਸਾਨੂੰ ਨਾ ਪਸੰਦ ਵੀ ਕਰਦੇ ਨੇ ਜੀ ਇੱਥੇ ਤੇ ਤਮਾਚਾ ਮਾਰਿਆ ਗਿਆ ਜੀ ਸਿਰਫ ਗੱਲ ਕਰਨ ਦੇ ਨਾਲ ਸਿਰਫ ਗੱਲ ਹੀ ਕੀਤੀ ਹੈ ਤੇ ਤਮਾਚਾ ਮਾਰ ਛੜਿਆ ਜੀ ਇਹੋ ਹੀ ਸਾਡੇ 'ਚ ਡਰ ਵੜਿਆ ਜੀ ਤੇ ਅਗਰ ਕਿਸੇ ਨੂੰ ਦੱਸਾਂਗੇ ਚੰਡ ਪਏਗੀ ਕੋਈ ਗਾਲਾਂ ਪੈਣਗੀਆਂ ਅਸੀਂ ਉਹ ਸੁਣਨਾ ਨਹੀਂ ਚਾਹੁੰਦੇ ਅਸੀਂ ਉਹ ਸੁਣਨ ਵਾਸਤੇ ਤਿਆਰ ਹੀ ਨਹੀਂ ਹਾਂ ਜੀ ਮੈਂ ਕੱਲ ਵੀ ਕਹਿ ਰਿਹਾ ਸਾਂ ਕਿ ਅਕਸਰ ਲੋਕੀ ਖੁਦਾਵੰਦ ਯਿਸੂ ਮਸੀਹ ਦਾ ਨਾਂ ਨਹੀਂ ਲੈਣਾ ਚਾਹੁੰਦੇ गैर कौमां दे विच सिर्फ खुदा खुदा ही करते रहंदे खुदा ने ऐसे बोला खुदा ने ऐसा किया खुदा ने ये किया उन्हें यीशु मसीह दा नाम नहीं लेना क्योंकि जो ਅਸੀਂ खुदा कहने ना एक कह लो कि कॉमन जिहा वर्ड है हर बंदे ਨੂੰ पसंद आएगा हर कौम खुदा ਨੂੰ ਮੰਨਦੀ पर खुदावंद यीशु मसीह ने आख्या सी तुम खुदा पे ईमान रखते हो मुझ पे भी ईमान रखो तुम्हारा दिल ना घबराए सो जीसस इज द वे ट्रुथ एंड लाइफ हाँ जी राह और जिंदगी खुदावंद यीशु मसीह है जी वो तो बगैर कोई दूजा राह है ही नहीं मैं आपको एनकरेज कर रहा हूं जी खुदावंद का कलाम हमें एनकरेज करता है खुदावंद का कलाम हमेशा हमें जुर्रत देता रहता है एनकरेज करता रहता है लेकिन असी अपनी ताकत ना नहीं कर सकते देयर इज द पावर बिहाइंड शुरू तो ही पौलुस रसूल ने गल की थी कि खुदावंद दा फजल आंदा खुदावंद दे फजल दी वजह तो सानू ये रसालत मिली मैं रसूल बनया मेरे च अपनी ऐसी कोई गल है ही नहीं इसलिए पौलुस रसूल ने कह लो कि क्या गैर कौमां नूं जिहड़ी रूहानी गल्लां च असीं शरीक हुंदे आ लाजम है कि जिस्मानी गल्लां च भी उन्हां दी खिदमत करिए कहंदा जिस तरह असीं एक दूजे नाल रूहानी तौर ते शरीक हुंदे आ जिस्मानी गल्लां दा भी कहंदा ख्याल रखो बस मैं इस खिदमत को पूरा करके और जो कुछ हासिल हुआ उनको सौंप कर तुम्हारे पास होता हुआ अस्फानिया को जाऊंगा कहना मैं यरूशलेम से चंदा दे के ते अस्फानिया जो जावांगा तो राज तुहानू मिलता जावांगा
स्पेन ते रोम थानू पता नेड़े नेड़े ने। और मैं जानता हूं कि जब तुम्हारे पास आऊंगा तो मसीह की कामल बरकत लेकर आऊंगा। और अब भाइयों, मैं यीशु मसीह का जो हमारा खुदावंद है वास्ता देकर और रूह की मोहब्बत को याद दिलाकर तुमसे इल्तमास करता हूं कि मेरे लिए खुदा से दुआएं करने में मेरे साथ मिलकर जाफशानी करो। इतने पौलुस रसूल कह रहे कि मेरे वास्ते दुआ करो, यूं कह रहे कि मैं भी दुआ कर रहा, लेकिन तुसी मेरे नाल मिल के दुआ करो। दुआ करना बड़ा मुश्किल है, तुम पता है। दुनिया तो सब तो मुश्किल काम है दुआ करना। ਅਸੀਂ हर काम कर रहे हैं, दुआ नहीं करनी। ਅਸੀਂ ਕਹਿੰਦੇ ਹੁੰਦੇ ਸਾਂ ਜਦੋਂ ਅਸੀਂ ਕਾਲਜ ਚ ਹੁੰਦੇ ਸਾਂ ਕਿ ਦੁਨੀਆ ਦਾ ਸਭ ਤੋਂ ਮੁਸ਼ਕਿਲ ਕੰਮ ਹੈ ਜੀ ਸਟੱਡੀ ਕਰਨਾ। ਸਟੱਡੀ ਤੇ ਦਿਲ ਨਹੀਂ ਕਰਦਾ ਨਾ। ਅੱਜ ਕੱਲ ਵੀ ਹਿਸਾਬ ਹੈ ਕਿ ਦੁਨੀਆ ਦਾ ਸਭ ਤੋਂ ਮੁਸ਼ਕਿਲ ਕੰਮ ਹੈ ਦੁਆ ਕਰਨਾ, ਬਾਈਬਲ ਪੜ੍ਹਨਾ। ਤੁਹਾਡੇ ਸਾਹਮਣੇ ਪਈ ਹੋਵੇਗੀ, ਨਹੀਂ ਪੜੋਗੇ ਤੁਸੀਂ, ਸਾਹਮਣੇ ਰੱਖੀ ਹੁੰਦੀ ਬਾਈਬਲ। ਅਕਸਰ ਲੋਕ ਕਹਿੰਦੇ ਜੀ ਅਸੀਂ ਜੀ ਮੋਬਾਈਲ 'ਚ ਡਾਊਨਲੋਡ ਕੀਤੀ ਹੈ ਤੇ ਉਹ ਮੋਬਾਈਲ 'ਚ ਪਈ ਰਹਿੰਦੀ ਹੈ, ਕਦੀ ਖੁੱਲਦੀ ਨਹੀਂ। ਬਹੁਤ ਕਮ ਲੋਕੀ ਖੋਲਦੇ ਨੇ ਮੋਬਾਈਲ 'ਚ। ਮੈਂ ਆਪਣੀ ਆਪ ਹੀ ਨਹੀਂ ਖੋਲਦਾ ਮੋਬਾਈਲ 'ਚ। ਮੈਂ ਇਸ ਲਈ ਮੇਰੇ ਬੈਗ 'ਚ ਹੁੰਦੀ ਹੈ ਬਾਈਬਲ ਹਰ ਵੇਲੇ, ਕਿਉਂਕਿ ਜਿਹੜੀ ਬਾਈਬਲ ਫੋਨ 'ਚ ਵੇ ਮੈਂ ਉਹਨੂੰ ਫੇਕ ਬਾਈਬਲ ਕਹਿੰਦਾ ਕਿ ਮੇਰੇ ਖਿਆਲ ਤੁਸੀਂ ਖੋਲਦੇ ਹੀ ਨਹੀਂ। ਤੇ ਦਾਊਦ ਕਹਿੰਦਾ ਮੈਂ ਤੇਰੇ ਕਲਾਮ ਨੂੰ ਦਿਲ 'ਚ ਰੱਖ ਲਿਆ ਤਾਂ ਕਿ ਗੁਨਾਹ ਨਾ ਕਰਾਂ। ਅਸੀਂ ਕਹਿੰਦੇ ਅਸੀਂ ਬਾਈਬਲ ਨੂੰ ਫੋਨ 'ਚ ਰੱਖ ਰਿਹਾ, ਦੁਬਾਰਾ ਨਹੀਂ ਪੜ੍ਹਨੀ। ਉਹ ਸਾਰਿਆਂ ਨੂੰ ਇਹੋ ਦੱਸਦੇ ਰਹੀਦਾ, ਜੀ ਫੋਨ 'ਚ ਹੈ ਜੀ। ਸੋ ਇਟਸ ਗੁੱਡ ਅਗਰ ਤੁਸੀਂ ਪੜ੍ਹਦੇ ਹੋ। ਜ਼ਿਆਦਾਤਰ ਲੋਕੀ ਨਹੀਂ ਪੜ੍ਹਦੇ। ਮੈਂ ਇੱਕ ਆਪਣੀ ਮਿਸਾਲ ਵੀ ਦੇਣਾ ਤੁਹਾਨੂੰ। ਮੈਂ 2-3 ਐਪਸ ਕੀਤੀਆਂ ਨੇ, ਲੇਕਿਨ ਉਹ ਕਦੇ ਵੀ ਨਹੀਂ ਪੜ੍ਹੇਗੀ ਬਾਈਬਲ ਫੋਨ 'ਚ। ਬਹੁਤ ਕਮ, ਕਦੀ ਕਦੀ ਖੋਲਣਾ। ਇਸ ਵਾਸਤੇ ਬਾਈਬਲ ਮੇਰੀ ਗੱਡੀ 'ਚ ਵੀ ਪਈ ਹੁੰਦੀ ਹੈ ਤੇ ਮੇਰੇ ਬੈਗ 'ਚ ਵੀ। ਤੇ ਜਿੱਥੇ ਬੈਠਾ ਵਾਂ ਉਹ ਫਿਰ ਬਾਈਬਲ ਕੱਢ ਲਈ ਦੀ। ਇਸ ਲਈ पौलुस रसूल कहते मेरे वास्ते दुआ करो जी, ठीक है। ऐ भाइयों, मैं यीशु मसीह का जो हमारा खुदावंद है वास्ता देकर, मैं तुहानू वास्ता दे रहा। एक तो किस्म का इल्तजा करना हुंदा, किसी नू गिड़ गिड़ा के मिन्नत करना। मैं थोड़ी मिन्नत करना, थोड़ी कोई इल्तजा करन लिया। और रूह की मोहब्बत को याद दिलाकर, रूह की मोहब्बत, हाँ जी। पौलुस रसूल कहंदा ਜਿਹੜੀਆਂ ਵੀ ਮੈਂ ਗੱਲਾਂ ਲਿਖਣਾ ਵਾ ਉਹ ਸਿਰਫ ਰੂਹ ਦੇ ਨਾਲ ਸਮਝ ਆਉਂਦੀਆਂ ਨੇ। ਅਗਰ ਪੌਲੁਸ ਰਸੂਲ ਸਾਨੂੰ ਕੁਝ ਕਰਨ ਵਾਸਤੇ ਕਹਿ ਰਿਹਾ ਤਾਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਆਪਣੀ ਤਾਕਤ ਨਾਲ ਕੰਮ ਕਰੋ। ਕਹਿੰਦਾ ਖੁਦਾਵੰਦ ਦਾ ਪਾਕ ਰੂਹ ਹੁਣ ਤੁਹਾਡੇ ਅੰਦਰ ਸਕੂਨਤ ਕਰਦਾ ਹੈ, ਤੁਸੀਂ ਉਹਦੇ ਬੇਟੇ ਬੇਟੀਆਂ ਬਣ ਚੁੱਕੇ ਹੋ। ਕੋਈ ਐਸੀ ਚੀਜ਼ ਨਹੀਂ ਜਿਹੜੀ ਕਿ ਤੁਸੀਂ ਆਪਣੀ ਤਾਕਤ ਨਾਲ ਕਰ ਰਹੇ ਹੋ। ਕਹਿੰਦਾ ਖੁਦਾਵੰਦ ਦੀ ਮੁਹੱਬਤ ਹੈ ਤੁਹਾਡੇ 'ਚ। रूह का फल की मुहब्बत, इसलिए कहता रूह की मुहब्बत नूं याद करवा के, रूह के फल जिहड़े ने तुहाडे अंदर आंदे मैं याद करवा के तुहानूं कहना कि मैं जिहड़ी दुआ कर रहा तुसीं मेरे नाल शामिल होवो। उस दुआ च शामिल होना। जिवें असीं कहने जी मेरे नाल मुतफिक होवो जी, मैं दुआ करन लिया। अक्सर सलातीन भाई कहते हैं कि मेरे नाल तुसीं मुतफिक होवो, मैं बीमारां वास्ते दुआ कर रहा। मेरे नाल तुसीं मुतफिक होवो, मैं फलानी चीज़ वास्ते दुआ कर रहा। इस ते जो असीं कलाम पढ़ने असीं मुतफिक होके गल्लां करने, हाँ जी। इस चीज़ ते असीं मुतफिक होने हैं क्योंकि वो खुदावंद दा कलाम है। मेरे लिए खुदा से दुआएं करने में मेरे साथ मिलकर जाफशानी करो कि मैं यहूदिया के नाफरमानों से बचा रहूं। यहूदिया के नाफरमानों से, यहूदी ਜਿਹੜੇ ਸੀ ਤੁਹਾਨੂੰ ਪਤਾ ਪੌਲੁਸ ਰਸੂਲ ਦੇ ਪਿੱਛੇ ਪਏ ਸੀ। ਪੌਲੁਸ ਰਸੂਲ ਜਿੱਥੇ ਵੀ ਜਾਂਦਾ ਸੀ ਯਹੂਦੀ ਆ ਜਾਂਦੇ ਸੀ। ਤੁਹਾਨੂੰ ਪਤਾ ਜਦੋਂ ਖੁਦਾਵੰਦ ਯਿਸੂ ਮਸੀਹ ਦੁਨੀਆ ਤੇ ਸੀ
ਤੇ ਯਹੂਦੀ ਲੁਕ ਕੇ ਨਾ ਉਹ ਵੇਂਦੇ ਸੀ ਕਰਨਾ ਕੀ ਚਾਹੁੰਦਾ, ਕੀ ਕਰਦਾ। ਜਿੱਥੇ ਜਿੱਥੇ ਯਿਸੂ ਮਸੀਹ ਜਾਂਦੇ ਸੀ ਉਹ ਪਿੱਛੇ ਆ ਜਾਂਦੇ ਸੀ। ਇਸ ਤਰ੍ਹਾਂ ਪੌਲਸ ਰਸੂਲ ਜਿੱਥੇ ਵੀ ਕਲੀਸਿਆ ਬਣਾਉਂਦਾ ਸੀ, ਉਹ ਕਹਿ ਲੋ ਕਿ ਉਹਨਾਂ ਨੂੰ ਖਬਰ ਮਿਲ ਜਾਂਦੀ ਸੀ, ਹਾਂਜੀ ਪੌਲਸ ਰਸੂਲ ਨੇ ਆਹ ਵਾਲੀ ਕਲੀਸਿਆ ਬਣਾ ਛੜੀ। ਉਹ ਕਲੀਸਿਆ ਬਣਾ ਕੇ ਅੱਗੇ ਚਲਾ ਜਾਂਦਾ ਸੀ। ਹੁਣ ਉਹ ਪਿੱਛੋਂ ਆਉਂਦੇ ਸੀ ਫਿਰ ਦੁਬਾਰਾ ਚੋਰਾਂ ਵਾਂਗੂ, ਉਹ ਕਲੀਸਿਆ ਨੂੰ ਦੱਸਦੇ ਸੀ ਆ ਪੌਲਸ ਰਸੂਲ ਦੀ ਗੱਲ ਨਹੀਂ ਸੁਣਨੀ ਹੈ, ਬੜਾ ਝੂਠਾ ਹੈ ਤੇ ਇਹ ਤੇ ਉਹ ਇੰਜ, ਨਾ ਇਹਨੂੰ ਕਿਸੇ ਸਰਟੀਫਿਕੇਟ ਦਿੱਤਾ। ਉਹ ਕਹਿੰਦਾ ਜਿੱਥੇ ਜਿੱਥੇ ਉਹ ਜਾਂਦਾ ਸੀ ਉਹ ਪਿੱਛਾ ਕਰਦੇ ਸੀ ਉਹਦੇ। ਇਹ ਤੁਹਾਨੂੰ ਪਤਾ ਜਦੋਂ ਪੌਲਸ ਰਸੂਲ ਨੂੰ ਮਾਰਿਆ ਗਿਆ ਸੀ ਤੇ ਮਾਰ ਕੇ ਪਿੰਡ ਚ ਉਹਨੇ ਬਾਹਰ ਸੁੱਟ ਦਿੱਤਾ ਸੀ, ਆਈਕੋਨੀਅਮ ਚ ਤੇ ਲੁਸਤਰਾ ਸੀ ਮੇਰਾ। ਉੱਥੇ ਵੀ ਕਹਿ ਲੋ ਕਿ ਯਹੂਦੀ ਆਏ ਸੀ ਪਿੱਛੋਂ ਯਰੂਸ਼ਲਮ ਚ, ਉਹਨਾਂ ਆ ਕੇ ਉਹ ਜਿਹੜਾ ਹਜੂਮ ਸੀ ਉਹਨੂੰ ਭੜਕਾਇਆ ਸੀ। ਇੱਥੇ ਵੀ ਕੰਮ ਇਹੀ ਹੋਣਾ, ਜਦੋਂ ਪੌਲਸ ਰਸੂਲ ਨੇ ਯਰੂਸ਼ਲਮ ਚ ਜਾਣਾ, ਅਸੀਂ ਅਮਾਲ ਦੀ ਕਿਤਾਬ ਚ ਪੜ੍ਹਦੇ ਹਾਂ ਕਿ ਉੱਥੇ ਬੜਾ ਬਲਵਾ ਹੁੰਦਾ। ਪੌਲਸ ਰਸੂਲ ਕੁਝ ਲੋਕਾਂ ਨੂੰ ਲੈ ਕੇ ਹੈਕਲ ਚ ਜਾਂਦਾ, ਉਹਨੂੰ ਫੜ ਲੈਂਦੇ ਨੇ, ਕਹਿੰਦਾ ਕਿ ਗੈਰ ਕੌਮਾਂ ਨੂੰ ਹੈਕਲ ਚ ਵੜਿਆ ਇਹਨੇ, ਜਾਂ ਕਹਿ ਲਓ ਕਿ ਮੂਸਾ ਦੀ ਤਾਲੀਮ ਦੇ ਖਿਲਾਫ ਤਾਲੀਮ ਦਿੰਦਾ। ਇਹ ਉਹਨਾਂ ਇਲਜ਼ਾਮ ਲਾਏ ਸੀ ਤੇ ਉਹਨੂੰ ਪਤਾ ਜਿਹੜਾ ਹਜੂਮ ਸੀ ਮਾਰਨਾ ਸ਼ੁਰੂ ਹੋ ਗਿਆ ਸੀ। ਅਮਾਲ ਦੀ ਕਿਤਾਬ 'ਚ ਤੁਹਾਨੂੰ ਮਿਲ ਜਾਏਗੀ ਸਾਰੀ ਸਟੋਰੀ। ਮਾਰਨਾ ਸ਼ੁਰੂ ਹੋ ਗਿਆ ਕਿਉਂਕਿ ਪਹਿਲਾਂ ਹੀ ਤੁਹਾਨੂੰ ਪਤਾ ਉਹ ਨਬੀ ਨੇ ਅਮਾਲ ਦੀ ਕਿਤਾਬ ਦੇ ਵਿੱਚ ਨਬੂਵਤ ਕਰ ਛੜੀ ਸੀ ਕਿ ਅਗਰ ਤੂੰ ਯਰੂਸ਼ਲਮ ਜਾਏਗਾ ਤੈਨੂੰ ਫੜ ਲੈਣਗੇ। ਉਹ ਕਹਿੰਦਾ ਕੋਈ ਮਸਲਾ ਨਹੀਂ, ਮੈਂ ਜਾਵਾਂਗਾ। ਲੇਕਿਨ ਕਹਿ ਲਓ ਉੱਥੇ ਇੱਕ ਰੋਮੀ ਫੌਜੀ ਸੀ, ਪੌਲਸ ਰਸੂਲ ਨੂੰ ਉਹਨਾਂ ਬਚਾ ਲਿਆ। ਪੌਲ ਉਹਨਾਂ ਨੂੰ ਕਹਿੰਦਾ ਮੈਂ ਰੋਮੀ ਆ, ਮੇਰੀ ਰੋਮੀ ਸ਼ਹਿਰੀਅਤ। ਉਹਨੇ ਕਿਹਾ ਰੋਮੀ ਸ਼ਹਿਰੀ ਨੂੰ ਮਾਰਨਾ ਜਿਹੜਾ ਕਹਿ ਲਓ ਇੱਕ ਜੁਰਮ ਸਮਝਿਆ ਜਾਂਦਾ ਸੀ। ਪੌਲਸ ਰਸੂਲ ਕੈਸਰੀਆ ਦੇ ਇਲਾਕੇ 'ਚ ਰਹਿੰਦਾ ਸੀ। ਤੁਹਾਨੂੰ ਪਤਾ ਕੈਸਰੀਆ ਦਾ ਇਲਾਕਾ ਜਿਹੜਾ ਹੈ ਉਹ ਰੋਮ ਦੀ ਮਲਕੀਅਤ 'ਚ ਆਉਂਦਾ ਸੀ। ਜਦੋਂ ਪੌਲਸ ਰਸੂਲ ਕਹਿੰਦਾ ਉੱਥੇ ਰਹਿੰਦਾ ਸੀ ਨਾ, ਰੋਮ ਨੇ ਉਹ ਇਲਾਕੇ ਨੂੰ ਫਤਹ ਕੀਤਾ ਸੀ ਤੇ ਰੋਮ ਜਿਹੜੇ ਇਲਾਕੇ ਨੂੰ ਫਤਹ ਕਰ ਲੈਂਦਾ ਸੀ, ਉੱਥੇ ਜਿਹੜੇ ਫਿਰ ਸ਼ਹਿਰੀ ਹੁੰਦੇ ਸੀ ਆਟੋਮੈਟਿਕਲੀ ਉਹ ਰੋਮੀ ਬਣ ਜਾਂਦੇ ਸੀ। ਇਸ ਵਜ੍ਹਾ ਤੋਂ ਉਹ ਕਹਿੰਦਾ ਮੈਂ ਰੋਮੀ ਆ ਜੀ, ਰੋਮੀ ਬੰਦੇ ਨੂੰ ਕੋਈ ਟੱਚ ਨਹੀਂ ਕਰ ਸਕਦਾ। ਉਹਨੂੰ ਫੌਰਨ ਉੱਥੋਂ ਕੱਢ ਕੇ ਲੈ ਜਾਂਦੇ ਨੇ, ਉਹ ਤੇ ਮੁਕੱਦਮਾ ਚਲਾਇਆ ਜਾਂਦਾ। ਮੁਕੱਦਮਾ 2-3 ਸਾਲ ਤੱਕ ਚੱਲਦਾ ਜਾਂਦਾ ਯਰੂਸ਼ਲਮ 'ਚ। ਯਰੂਸ਼ਲਮ 'ਚ ਫੈਸਲਾ ਨਹੀਂ ਹੁੰਦਾ। ਉਹ ਕਹਿੰਦਾ ਜੀ ਮੈਂ ਅਪੀਲ ਕਰਨਾ ਚਾਹੁੰਦਾ ਕੈਸਰ ਕੋ, ਠੀਕ ਹੈ, ਜਿਹੜਾ ਰੋਮ ਦਾ ਬਾਦਸ਼ਾਹ। ਇਸ ਤਰ੍ਹਾਂ ਕਹਿ ਲਓ ਪੌਲਸ ਰਸੂਲ ਨੂੰ ਕੈਦ ਦੇ ਵਿੱਚ ਪਾ ਕੇ ਬੜੇ ਪ੍ਰੋਟੋਕਾਲ ਦੇ ਨਾਲ ਰੋਮ 'ਚ ਖੜਿਆ ਗਿਆ ਸੀ ਤੇ ਪੈਸਾ ਸਾਰਾ ਕਿਹਨੇ ਦਿੱਤਾ ਸੀ? ਰੋਮੀ ਹਕੂਮਤ ਨੇ। ਜਹਾਜ਼ ਦੇ ਵਿੱਚ ਬੜੇ ਪਹਿਰੇ ਦੇ ਵਿੱਚ ਲੈ ਕੇ ਗਏ ਸੀ ਉਹਨੂੰ, ਕਿਉਂਕਿ ਉਹਦੀ ਬੜੀ ਖਵਾਹਿਸ਼ ਸੀ ਕਿ ਕਿਸੇ ਤਰੀਕੇ ਨਾਲ ਮੈਂ ਰੋਮ ਜਾਵਾਂ। ਕਹਿੰਦਾ ਖੁਦਾਵੰਦ ਨੇ ਉਹਦੀ ਖਵਾਹਿਸ਼ ਨੂੰ ਪੂਰਾ ਕੀਤਾ, ਲੇਕਿਨ ਕੈਦ ਵਿੱਚ ਪਾ ਕੇ। ਨਾ ਉਹਨੂੰ ਕੋਈ ਪੈਸਾ ਦੇਣਾ ਪਿਆ, ਨਾ ਕੋਈ ਖਰਚਾ ਹੋਇਆ, ਕੁਛ ਵੀ ਨਹੀਂ ਹੋਇਆ। ਕਹਿੰਦਾ ਬੜੇ ਉਹਨਾਂ ਪਹਿਰਿਆਂ ਦੇ ਵਿੱਚ ਖੜਿਆ ਉਹਨੂੰ। ਤੁਸੀਂ ਪੜ੍ਹਦੇ ਹੋਗੇ, ਪੜ੍ਹਿਆ ਹੋਵੇਗਾ ਅਮਾਲ ਦੀ ਕਿਤਾਬ 'ਚ ਕਿਵੇਂ ਪੌਲਸ ਰਸੂਲ ਨੂੰ ਉਹ ਜਹਾਜ਼ ਦੇ ਵਿੱਚ ਲੈ ਕੇ ਗਏ ਸੀ। ਉਹਦੀ ਖਵਾਹਿਸ਼ ਸੀ ਮੈਂ ਉੱਥੇ ਜਾਣਾ ਚਾਹੁੰਦਾ। ਤੇ ਇਸ ਤਰ੍ਹਾਂ ਕਹਿ ਲਓ ਪੌਲਸ ਰਸੂਲ ਰੋਮ ਗਿਆ ਸੀ। ਰੋਮ ਜਾ ਕੇ ਪੌਲਸ ਰਸੂਲ ਨੂੰ 2 ਸਾਲ ਵਾਸਤੇ ਫਿਰ ਨਜ਼ਰਬੰਦ ਕਰ ਦਿੱਤਾ ਗਿਆ ਸੀ ਘਰ ਦੇ ਵਿੱਚ। ਉੱਥੇ ਫਿਰ ਪੌਲਸ ਰਸੂਲ ਨੇ 4 ਖਤ ਲਿਖੇ ਸੀ, ਫਿਲਿਪੀਓ, ਕੁਲਸੀਓ, ਇਫਸੀਓ, ਇੱਕ ਹੋਰ ਸੀ ਮੇਰਾ। ਜਿਹੜਾ ਰੋਮੀਓ ਦਾ ਖਤ ਪੌਲਸ ਰਸੂਲ ਨੇ ਕਰੰਥੀਓ ਵਿੱਚ ਲਿਖਿਆ ਸੀ, ਜਦੋਂ ਕਰੰਥੀਆਂ 'ਚ ਸੀ। ਠੀਕ ਹੈ ਜੀ। ਅੱਗੇ ਅਸੀਂ ਪੜਾਂਗੇ ਕਿ ਉਹ ਖਤ ਨੂੰ ਲੈ ਕੇ ਕੌਣ ਗਿਆ ਸੀ, ਕੱਲ ਪੜਾਂਗੇ। ਮੈਂ ਯਹੂਦੀਆਂ ਕੇ ਨਾਫਰਮਾਨों से बचा रहूं। कहना दुआ करो कि मैं यहूदी जड़े उन्होंने को बचा रहा और मेरी वो खिदमत जो यरूशलेम के लिए है मुकद्दसों को पसंद आए। लेकिन उन्होंने पसंद नहीं सी आई। नहीं, वो जड़ा कह लो चंदा लैके गया सी,
ਉਹ ਕਹਿੰਦਾ ਮੈਂ ਜਿਹੜਾ ਚੰਦਾ ਲੈ ਕੇ ਚੱਲਾਂ ਵਾ ਉਹਨਾਂ ਕੋ, ਦੁਆ ਕਰੋ ਕਿ ਉਹਨਾਂ ਨੂੰ ਪਸੰਦ ਆਏ। ਉਹਨਾਂ ਨੂੰ ਤਾਂ ਖੈਰ ਪਸੰਦ ਆਏਗਾ ਕਿਉਂਕਿ ਉਹਨਾਂ ਨੂੰ ਖਰਚਾ ਚਾਹੀਦਾ ਸੀ। ਲੇਕਿਨ ਜਿਹੜੇ ਦੂਸਰੀ ਯਹੂਦੀ ਸੀ, ਫਕੀ फरीसी, अंदर ਉਹਨਾਂ ਨੂੰ पसंद नहीं आया। और खुदा की मर्जी से तुम्हारे पास खुशी के साथ आकर तुम्हारे साथ आराम पाऊं। खुदा जो इत्मीनान का चश्मा है तुम सब के साथ रहे। आमीन, प्रेज द लॉर्ड। पौलुस रसूल ਦੀ ख्वाहिश ਹੁੰਦੀ ਸੀ ਕਿ ਜਿੱਥੇ ਵੀ ਕਲੀਸਿया ਵਧਣ ਰਹੀ ਹੈ ਉੱਥੇ ਜਾ ਕੇ ਹੋਰ ਉਹਨਾਂ ਨੂੰ ਵਧਾਏ, ਹੋਰ ਉਹਨਾਂ ਨੂੰ ਐਨਕਰੇਜ ਕਰੇ, खुदावंद यीशु मसीह ਦੀ ਖੁਸ਼ਖਬਰੀ ਸੁਣਾਏ। ਹੁਣ रोमियो ਦੀ ਕਲੀਸਿया को सिर्फ ਪੁਰਾਣਾ ਅਹਿਦਨਾਮਾ ਸੀ। ਪਿੱਛੇ ਅਸੀਂ ਪੜਿਆ ਕੱਲ ਕਿ ਕਿਵੇਂ ਉਹਨੇ ਪੁਰਾਣੇ ਅਹਿਦਨਾਮੇ ਦੇ ਵਿੱਚੋਂ ਆਇਤਾਂ ਲੈ ਲੈ ਕੇ ਉਹਨਾਂ ਨੂੰ ਸਮਝਾਇਆ ਕਿ ਖੁਸ਼ਖਬਰੀ ਗੈਰ ਕੌਮਾਂ ਵਾਸਤੇ ਵੀ ਹੈ ਜੀ। ਇਸ ਲਈ ਕਹਿੰਦਾ जिस तरह मसीह ने खुदा के जलाल के लिए तुमको अपने साथ शामिल कर लिया है उसी तरह तुम भी एक दूसरे को शामिल कर लो। ਕਹਿੰਦਾ ਜਿਸ ਤਰ੍ਹਾਂ ਮਸੀਹ ਸਾਡੇ ਲਈ ਖਾਦਮ ਬਣ ਗਿਆ, ਖਿਦਮਤ ਕੀਤੀ ਉਹਨੇ, ਕਹਿੰਦਾ ਤੁਸੀਂ ਵੀ ਖਾਦਮ ਬਣ ਜਾਓ ਜੀ, ਮਸੀਹ ਵਾਂਗੂ ਸਾਰਿਆਂ ਨੂੰ ਆਪਣੇ 'ਚ ਸ਼ਾਮਿਲ ਕਰ ਲਓ। ਕਹਿੰਦਾ ਜਿਵੇਂ ਯਿਸੂ ਮਸੀਹ ਨੇ ਗੈਰ ਕੌਮਾਂ ਨੂੰ ਆਪਣੀ ਨਿਜਾਤ 'ਚ ਸ਼ਾਮਿਲ ਕਰ ਲਿਆ, ਕਹਿੰਦਾ ਤੁਸੀਂ ਵੀ ਇੱਕ ਦੂਜੇ ਨੂੰ ਸ਼ਾਮਿਲ ਕਰੋ ਇਸ ਤਰ੍ਹਾਂ ਪਿਆਰ ਮੁਹੱਬਤ ਦੇ ਨਾਲ। लव इज द की। हाँ जी, पौलुस सुनाते हैं मोहब्बत, रूह की मोहब्बत याद दिलाकर। कहंदा रूह की मोहब्बत दे विच काम करने ने सारे। ते ਉਹੀ चीज़ कह लो पौलुस रसूल ਨੂੰ भी गाइड कर रही सी खुदावंद दा पाक रूह जी। इसलिए कहंदा कि खुदा जो इत्मीनान का चश्मा है, चश्मा ਤੁਹਾਨੂੰ पता कदी भी सुकदा नहीं, हर वेले नवा पानी निकलदा ही रहिंदा, हर वेले नवा पानी निकलदा रहिंदा जी, साफ सुथरा। ਅਸੀਂ इसराइल गए सां 2014 च ते ਅਸੀਂ जंगलों च गए, बियाबानां च भी, उत्थे भी कहो जी चश्मे फुੱਟੇ ने, इंज साफ पानी निकलदा ना सी हर वेले, उत्थों पानी तुसीं पी सकदे हो, बड़ा साफ पानी निकलदा सी। अजे भी कह लो कि चश्मे का पानी बड़ी जगह यूज करते हैं। तो चश्मा की है कि बस और जो पानी हमेशा फ्रेश निकलना है एवरी टाइम। कहता खुदा जो इत्मीनान का चश्मा है, कहते हर वेले तुहानू फ्रेश करता रहिंदा है, तुहानू इत्मीनान दिंदा रहिंदा, तसल्ली दिंदा रहिंदा, इनकरेज करता रहिंदा। तुम सब के साथ रहे, कहता हमेशा थोड़े नाल रवे हो, खुदावंद दा इत्मीनान थोड़े नाल रवे। गास्पल की है जी, खुदावंद दा जिहड़ा पैगाम है, खुशखबरी, पौलुस रसूल कहंदा इस गास्पल ऑफ ग्रेस, फजल दा पैगाम है जी। ते फजल दे विच तुहानू पता इत्मीनान निकलदा, ते कहंदा वो इत्मीनान दा जिहड़ा चश्मा है हमेशा थोड़े च फुटदा रहे जी, तुसीं उहदे इत्मीनान च वधदे जाओ, वो हमेशा थोड़े नाल रहे। खुदावंद आपको बड़ी बरकत दे जी इस कलाम के वसीला से। प्रेज द लॉर्ड।